ਸਤਿ ਸ਼੍ਰੀ ਅਕਾਲ PNCN ਦੇਖ ਰਹੇ ਹੋ ਤੁਸੀਂ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਜਾਣੋ ਹੁਣ ਕੈਨੇਡਾ ਵਿੱਚ ਫਿਰ ਤੋਂ ਕਿੱਥੇ ਵਧਣ ਜਾ ਰਹੇ ਨੇ ਬੱਸਾਂ ਦੇ ਕਿਰਾਏ। ਸਰੀ ਵਿੱਚ 19 ਸਾਲ ਦੇ ਨੌਜਵਾਨ ਦੇ ਮਾਰੀ ਗਈ ਗੋਲੀ। ਟੋਰਾਂਟੋ ਵਿੱਚ ਇੱਕ ਪੁਲਿਸ ਵਾਲੇ ਨੇ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ। ਕੰਮ ਤੇ ਹੁੰਦੇ ਧੱਕੇ ਤੇ ਕਾਮਿਆਂ ਦੀਆਂ ਆਈਆਂ ਸ਼ਿਕਾਇਤਾਂ ਦੇ ਬਾਰੇ ਦੱਸਾਂਗੇ। ਵਰਕਸੇਫ BC ਨੇ ਕੀ ਕੁਝ ਦੱਸਿਆ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਅੰਕੜੇ ਜਾਰੀ ਕੀਤੇ। ਸਾਲ 2021 ਵਿੱਚ ਰਿਕਾਰਡ ਤੋੜ ਗਿਣਤੀ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦਾ ਕੀਤਾ ਗਿਆ ਸਵਾਗਤ। ਇਸ ਦੇ ਨਾਲ ਹੀ ਹੁਣ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ। ਕੈਨੇਡਾ ਭਰ ਵਿੱਚ ਮਹਿੰਗਾਈ ਤੇਜ਼ੀ ਨਾਲ ਵੱਧ ਰਹੀ ਹੈ। ਗੈਸ ਦੇ ਰੇਟ ਸਿਖਰਾਂ ਤੇ ਨੇ, ਜਿਸ ਦਾ ਪ੍ਰਭਾਵ ਹੋਰ ਵੱਖੋ ਵੱਖਰੀਆਂ ਚੀਜ਼ਾਂ ਦੇ ਉੱਤੇ ਪੈ ਰਿਹਾ ਹੈ ਤੇ ਇਸੇ ਨੂੰ ਲੈ ਕੇ ਹੁਣ ਮੈਟਰੋ ਵੈਨਕੂਵਰ ਵਿੱਚ ਮੁੜ ਤੋਂ ਐਲਾਨ ਕੀਤਾ ਗਿਆ ਹੈ ਕਿ ਟਰਾਂਸਲਿੰਕ ਦੇ ਵੱਲੋਂ ਪਬਲਿਕ ਟਰਾਂਸਪੋਰਟ ਸਰਵਿਸ ਹੈ ਜੋ ਉਸਦੇ ਕਿਰਾਇਆਂ ਵਿੱਚ ਵਾਧਾ ਕੀਤਾ ਜਾ ਰਿਹਾ ਹੈ। ਮੈਟਰੋ ਵੈਨਕੂਵਰ ਦੇ ਵਿੱਚ ਆਉਂਦੇ ਕੁਝ ਮਹੀਨਿਆਂ ਦੇ ਅੰਦਰ ਬੱਸਾਂ, ਸਕਾਈ ਟ੍ਰੇਨ ਤੇ ਹੋਰ ਪਬਲਿਕ ਟਰਾਂਸਪੋਰਟ ਦੇ ਕਿਰਾਏ ਵਧਣ ਜਾ ਰਹੇ ਨੇ। ਟਰਾਂਸਲਿੰਕ ਦੇ ਬੋਰਡ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜੋ ਕਿ ਜੁਲਾਈ ਤੋਂ ਇਹ ਵਾਧਾ ਹੋਣ ਜਾ ਰਿਹਾ ਹੈ। ਜਦੋਂ ਕੈਨੇਡਾ ਡੇ ਹੈ 1 ਜੁਲਾਈ ਨੂੰ, ਉਦੋਂ ਤੋਂ ਪਬਲਿਕ ਟਰਾਂਸਪੋਰਟ ਦੇ ਕਿਰਾਏ ਵਿੱਚ ਵਾਧਾ ਹੋਵੇਗਾ, ਜੋ ਕਿ 2.3% ਤੱਕ ਦਾ ਵਾਧਾ ਹੋਵੇਗਾ। 5 ਤੋਂ ਲੈ ਕੇ 15 ਸੈਂਟ ਤੱਕ ਵੱਖੋ ਵੱਖਰੇ ਕਿਰਾਏ ਦੇ ਉੱਤੇ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਹੈ ਤੇ ਉਸ ਮੁਤਾਬਕ ਵਾਧਾ ਹੋ ਰਿਹਾ ਹੈ। ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੋ ਮਹੀਨੇ ਦਾ ਪਾਸ ਲੈਂਦੇ ਨੇ ਉਹਨਾਂ ਦੇ ਵਿੱਚ $1.5 ਤੋਂ ਲੈ ਕੇ $4.15 ਤੱਕ ਦਾ ਵਾਧਾ ਹੋਵੇਗਾ ਤੇ ਜਿਨ੍ਹਾਂ ਨੇ ਸਿੰਗਲ ਜ਼ੋਨ ਦੇ ਵਾਸਤੇ ਕਿਰਾਇਆ ਦੇਣਾ ਹੈ ਉਸ ਦੇ ਵਿੱਚ $3.10 ਦੇਣੇ ਪੈਣਗੇ, ਜਦ ਕਿ ਪਹਿਲਾਂ $3.05 ਹੁੰਦੇ ਸੀ ਤੇ 3 ਜ਼ੋਨ ਦੇ ਵਾਸਤੇ ਹੋਵੇਗਾ ਕਿ 15 ਸੈਂਟ ਹੋਰ ਦੇਣੇ ਪੈਣਗੇ। ਤੇ ਜੋ 1 ਦਿਨ ਦਾ ਪਾਸ ਹੈ ਉਹ $11 ਦਾ ਹੋ ਜਾਵੇਗਾ ਐਡਲਟ ਫੇਅਰ ਮੁਤਾਬਕ। ਤੇ ਜਿਨ੍ਹਾਂ ਨੂੰ ਛੋਟ ਮਿਲਦੀ ਹੈ ਜਿਹੜੇ ਕਿ 18 ਸਾਲ ਤੋਂ ਘੱਟ ਉਮਰ ਦੇ ਨੇ ਤੇ 13 ਸਾਲ ਤੋਂ ਉੱਪਰ, ਜਾਂ ਫਿਰ ਜੋ ਬਜ਼ੁਰਗ ਨੇ 65 ਸਾਲ ਤੋਂ ਉੱਪਰ, ਉਹਨਾਂ ਦੇ ਵਾਸਤੇ ਡੇ ਪਾਸ $8.65 ਦਾ ਹੋ ਜਾਵੇਗਾ। ਤੇ ਜਿਹੜੇ 1 ਮਹੀਨੇ ਦਾ ਪਾਸ ਲੈਂਦੇ ਨੇ ਉਹਨਾਂ ਨੂੰ $4.15 ਤੱਕ ਵੱਧ ਹੁਣ ਦੇਣੇ ਪੈਣਗੇ 1 ਜੁਲਾਈ ਤੋਂ। 3 ਜ਼ੋਨ ਦੇ ਵਾਸਤੇ $185.20 ਪ੍ਰਤੀ ਮਹੀਨੇ ਦੇ ਹਿਸਾਬ ਨਾਲ ਹੋਣਗੇ ਤੇ ਜੋ 1 ਜ਼ੋਨ ਦੇ ਵਾਸਤੇ ਟਰੈਵਲ ਕਰਦੇ ਨੇ, ਮੰਥਲੀ ਪਾਸ ਲੈਂਦੇ ਨੇ, ਉਸ ਦੇ ਵਿੱਚ $2.5 ਤੱਕ ਦਾ ਵਾਧਾ ਹੋ ਰਿਹਾ ਹੈ, ਜੋ ਕਿ ਹੁਣ $102.55 ਦਾ ਮੰਥਲੀ ਪਾਸ ਹੋਵੇਗਾ। ਤੇ ਜਿਹੜੇ ਵੈਸਟ ਕੋਸਟ ਐਕਸਪ੍ਰੈਸ ਦੇ ਰਾਹੀਂ ਸਫ਼ਰ ਕਰਦੇ ਨੇ ਉਹਨਾਂ ਦੇ ਜੋ ਮਹੀਨੇ ਦੇ ਪਾਸ ਨੇ ਉਸ ਦੇ ਵਿੱਚ $3.75 ਤੋਂ ਲੈ ਕੇ $8.05 ਤੱਕ ਦਾ ਵਾਧਾ ਹੋ ਸਕਦਾ ਹੈ। ਇਸ ਦੇ ਨਾਲ ਹੀ ਜਿਨ੍ਹਾਂ ਨੂੰ ਛੋਟ ਮਿਲਦੀ ਹੈ ਉਸ ਦੇ ਵਿੱਚ ਵੀ $2.5 ਤੋਂ ਲੈ ਕੇ $5.20 ਤੱਕ ਦਾ ਵਾਧਾ ਹੋ ਸਕਦਾ ਹੈ। ਯਾਨੀ ਕਿ ਹੁਣ 1 ਜੁਲਾਈ ਤੋਂ ਮੈਟਰੋ ਵੈਨਕੂਵਰ ਵਿੱਚ ਬੱਸਾਂ ਦੇ ਕਿਰਾਏ ਵੱਧ ਹੋ ਜਾਣਗੇ। ਬੱਸਾਂ ਦੇ ਕਿਰਾਏ ਵਧਾਏ ਜਾ ਰਹੇ ਨੇ। ਗਰੋਸਰੀ ਦਾ ਰੇਟ ਪਹਿਲਾਂ ਤੋਂ ਕਾਫੀ ਵੱਧ ਚੁੱਕਿਆ ਹੈ, ਜੋ ਅੱਗੇ ਵੀ ਹੋਰ ਵਧਦਾ ਹੀ ਜਾ ਰਿਹਾ ਹੈ। ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਕਾਫੀ ਜ਼ਿਆਦਾ ਵੱਡਾ ਪ੍ਰਭਾਵ ਦੇਖਣ ਨੂੰ ਮਿਲਿਆ। ਤਾਂ ਦੂਜੇ ਪਾਸੇ ਅਧਿਕਾਰੀਆਂ ਦੇ ਵੱਲੋਂ ਇਸ ਸਮੇਂ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਰਸ਼ੀਆ ਉੱਤੇ ਜੋ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਉਸ ਦਾ ਵੀ ਅਸਰ ਹੈ ਕਿ ਰਸ਼ੀਆ ਤੇ ਯੂਕਰੇਨ ਦਰਮਿਆਨ ਜੋ ਜੰਗ ਛਿੜੀ ਹੋਈ ਹੈ ਉਸ ਦੇ ਕਰਕੇ ਕੌਮਾਂਤਰੀ ਪੱਧਰ ਦੇ ਉੱਤੇ ਗੈਸ ਦੇ ਰੇਟ ਵਧੇ ਨੇ, ਪੈਟਰੋਲੀਅਮ ਦੇ ਰੇਟ ਵਧੇ ਨੇ, ਜਿਸ ਕਰਕੇ ਹੋਰ ਸਾਰੀਆਂ ਚੀਜ਼ਾਂ ਦੇ ਉੱਤੇ ਪ੍ਰਭਾਵ ਪੈ ਰਿਹਾ ਹੈ। ਤਾਂ ਦੂਜੇ ਪਾਸੇ ਕਮਾਈ ਵਿੱਚ ਇੰਨਾ ਵਾਧਾ ਨਹੀਂ ਹੋ ਰਿਹਾ ਜਿੰਨੇ ਕਿ ਇਸ ਸਮੇਂ ਮਹਿੰਗਾਈ ਵੱਧ ਰਹੀ ਹੈ, ਜਿਸ ਕਰਕੇ ਆਮ ਲੋਕ ਕਾਫੀ ਪਰੇਸ਼ਾਨ ਨੇ। ਇਸ ਦੌਰਾਨ ਗੁਹਾਰ ਲਗਾਈ ਜਾ ਰਹੀ ਹੈ ਸੂਬਾ ਸਰਕਾਰਾਂ ਦੇ ਅੱਗੇ, ਕੈਨੇਡਾ ਸਰਕਾਰ ਦੇ ਅੱਗੇ, ਕੈਨੇਡਾ ਭਰ ਵਿੱਚ ਕਿ ਇਸ ਸੰਬੰਧੀ ਸਖਤ ਕਦਮ ਚੁੱਕੇ ਜਾਣ ਤਾਂ ਕਿ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਤੇ ਇਸੇ ਦੌਰਾਨ ਵੱਖੋ ਵੱਖਰੀਆਂ ਸੂਬਾ ਸਰਕਾਰਾਂ ਫੈਸਲੇ ਤਾਂ ਲੈ ਰਹੀਆਂ ਨੇ। BC ਸਰਕਾਰ ਦੇ ਵੱਲੋਂ ਵੀ ਛੇਤੀ ਹੋਰ ਐਲਾਨ ਕੀਤਾ ਜਾ ਸਕਦਾ ਹੈ। ਤਾਂ ਇਸ ਦਾ ਕੋਈ ਠੋਸ ਹੱਲ ਨਿਕਲਦਾ ਹੋਇਆ ਫਿਲਹਾਲ ਦਿਖਾਈ ਨਹੀਂ ਦੇ ਰਿਹਾ ਕਿ ਲਗਾਤਾਰ ਮਹਿੰਗਾਈ ਵੱਧਦੀ ਹੀ ਜਾ ਰਹੀ ਹੈ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਕਰਾਂਗੇ। ਸਰੀ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਉਸ ਦੇ ਬਾਰੇ ਦੱਸਾਂਗੇ। ਸਰੀ ਦੇ ਗਿਲਫਰਡ ਖੇਤਰ ਵਿੱਚ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਬਾਰੇ ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਮਾਰਚ 13, 2022 ਨੂੰ ਰਾਤ ਦੇ 9:30 ਵਜੇ ਦਾ ਸਮਾਂ ਸੀ ਜਦੋਂ ਗਿਲਫਰਡ ਖੇਤਰ ਵਿੱਚ 152 ਬਲਾਕ ਤੇ ਫਲੈਮਿੰਗੋ ਪਲੇਸ ਦੇ ਨੇੜੇ ਗੋਲੀਆਂ ਚੱਲੀਆਂ, ਜਿਸ ਦੇ ਬਾਰੇ ਪੁਲਿਸ ਨੂੰ ਦੱਸਿਆ ਗਿਆ ਕਿ ਇੱਕ ਨੌਜਵਾਨ ਦੇ ਗੋਲੀ ਲੱਗੀ ਹੈ। ਜਦੋਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤਾਂ ਉੱਥੇ ਕੋਈ ਜ਼ਖਮੀ ਮੌਜੂਦ ਨਹੀਂ ਸੀ ਤੇ ਆਲੇ ਦੁਆਲੇ ਦੇ ਖੇਤਰ ਨੂੰ ਜਦੋਂ ਦੇਖਿਆ ਗਿਆ ਤਾਂ ਉੱਥੇ ਨਿਊਟਨ ਖੇਤਰ ਦੇ ਵਿੱਚੋਂ ਇੱਕ ਨੌਜਵਾਨ ਮਿਲਿਆ, ਜਿਸ ਦੇ ਕਿ ਗੋਲੀ ਲੱਗਣ ਦੇ ਕਰਕੇ ਜ਼ਖਮ ਸਨ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਸੀ। ਜਿਸ ਦੇ ਬਾਰੇ ਪੁਸ਼ਟੀ ਕੀਤੀ ਗਈ ਹੈ ਕਿ ਉਸ ਨੌਜਵਾਨ ਦੀ ਉਮਰ 19 ਸਾਲ ਦੇ ਨੇੜੇ ਹੈ, ਜਿਸ ਨੂੰ ਕਿ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਤੇ ਉਹ ਬਿਲਕੁਲ ਠੀਕ ਹੈ। ਉਸ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਇਸ ਮੌਕੇ ਫਰੰਟਲਾਈਨ ਆਫੀਸਰਸ, ਕਮਿਊਨਿਟੀ ਰਿਸਪੌਂਸ ਯੂਨਿਟ, ਸਰੀ ਗੈਂਗ ਇਨਫੋਰਸਮੈਂਟ ਟੀਮ ਇਹ ਸਾਰੇ ਮਿਲ ਕੇ ਮਾਮਲੇ ਦੀ ਜਾਂਚ ਕਰ ਰਹੇ ਨੇ, ਜਿਸ ਦੇ ਵਿੱਚ ਪੁਸ਼ਟੀ ਵੀ ਕੀਤੀ ਗਈ ਹੈ ਕਿ 152 ਬਲਾਕ ਤੇ ਫਲੈਮਿੰਗੋ ਪਲੇਸ ਦੇ ਖੇਤਰ ਵਿੱਚ ਗੋਲੀ ਚੱਲੀ ਹੈ
ਜਦੋਂ ਨੌਜਵਾਨ ਦੇ ਗੋਲੀ ਲੱਗ ਗਈ ਤਾਂ ਉਹ ਵਾਹਨ ਦੇ ਵਿੱਚ ਉੱਥੇ ਤੋਂ ਫਰਾਰ ਹੋ ਗਿਆ ਸੀ। ਸਰੀ ਆਰਸੀਐਮਪੀ ਟੀਮ ਦਾ ਕਹਿਣਾ ਹੈ ਕਿ ਰਾਤ ਦੇ 9:30 ਵਜੇ ਦੇ ਨੇੜੇ 23 ਮਾਰਚ ਨੂੰ ਜੇਕਰ ਗਿਲਫਰਡ ਖੇਤਰ ਦੀ ਕਿਸੇ ਦੇ ਕੋਲ ਵੀ ਇਸ ਮਾਮਲੇ ਨਾਲ ਸੰਬੰਧਿਤ ਕੋਈ ਵੀਡੀਓ ਫੁਟੇਜ ਹੋਵੇ ਜਾਂ ਡੈਸ਼ ਕੈਮ ਫੁਟੇਜ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਨਿਸ਼ਾਨਾ ਧਾਰ ਕੇ ਗੋਲੀ ਚਲਾਈ ਗਈ ਹੋ ਸਕਦੀ ਹੈ ਤੇ ਗੋਲੀ ਚਲਾਉਣ ਵਾਲਾ ਤੇ ਨਾਲ ਹੀ ਜਿਸ ਦੇ ਉੱਤੇ ਗੋਲੀ ਚਲਾਈ ਗਈ ਹੈ ਉਹ ਦੋਵੇਂ ਸ਼ਾਇਦ ਇੱਕ ਦੂਜੇ ਨੂੰ ਜਾਣਦੇ ਸਨ। ਅੱਗੇ ਜਾਣਕਾਰੀ ਜੋ ਟੋਰਾਂਟੋ ਵਿੱਚ ਇੱਕ ਪੁਲਿਸ ਵਾਲੇ ਨੇ ਗਲਤੀ ਨਾਲ ਖੁਦ ਨੂੰ ਹੀ ਗੋਲੀ ਮਾਰ ਲਈ। ਤਾਂ ਦੱਸਦੇ ਕਿ ਪੂਰਾ ਮਾਮਲਾ ਟੋਰਾਂਟੋ ਵਿੱਚ ਇੱਕ ਕਾਫੀ ਗੰਭੀਰ ਮਾਮਲਾ ਵਾਪਰਿਆ ਹੈ, ਜਿੱਥੇ ਕਿ ਇੱਕ ਪੁਲਿਸ ਵਾਲੇ ਨੇ ਗਲਤੀ ਨਾਲ ਖੁਦ ਨੂੰ ਹੀ ਗੋਲੀ ਮਾਰ ਲਈ, ਜਿਸ ਦੇ ਬਾਰੇ ਦੱਸਿਆ ਗਿਆ ਪੁਲਿਸ ਅਧਿਕਾਰੀਆਂ ਦੇ ਵੱਲੋਂ ਕਿ ਇਹ ਮਾਮਲਾ 2:45 ਵਜੇ ਦੇ ਨੇੜੇ ਅੱਜ ਵਾਪਰਿਆ ਨਾਰਥ ਯਾਰਕ ਖੇਤਰ ਵਿੱਚ ਫੇਅਰਵਿਊ ਮਾਲ ਦੇ ਨੇੜੇ, ਜਿੱਥੇ ਕਿ ਡੌਨ ਮਿਲਸ ਰੋਡ ਤੇ ਸ਼ੈਪਰਡ ਐਵੇਨਿਊ ਈਸਟ ਦੀ ਇੰਟਰਸੈਕਸ਼ਨ ਦੇ ਉੱਤੇ ਪੁਲਿਸ ਵਾਲੇ ਜਦੋਂ ਮੌਜੂਦ ਸਨ ਤਾਂ ਇੱਕ ਪੁਲਿਸ ਵਾਲੇ ਦੇ ਵੱਲੋਂ ਖੁਦ ਹੀ ਗੋਲੀ ਚੱਲ ਗਈ ਜੋ ਉਸ ਦੇ ਹੱਥ ਤੇ ਲੱਤ ਵਿੱਚ ਲੱਗੀ ਹੈ, ਜਿਸ ਤੋਂ ਬਾਅਦ ਉਸ ਦੀ ਹਾਲਤ ਗੰਭੀਰਤਾ ਬਣੀ ਹੋਈ ਹੈ ਪਰ ਖਤਰੇ ਤੋਂ ਬਾਹਰ ਹੈ। ਪੁਲਿਸ ਵਾਲੇ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੇ ਨਾਲ ਕੰਮ ਕਰਦੇ ਇੱਕ ਹੋਰ ਪੁਲਿਸ ਵਾਲੇ ਨੇ ਇਸ ਦੇ ਬਾਰੇ ਸਾਰਾ ਕੁਝ ਦੱਸਿਆ ਹੈ, ਜਿਸ ਦੇ ਵੱਲੋਂ ਕਿਹਾ ਗਿਆ ਹੈ ਕਿ ਆਜ਼ਾਦ ਤੌਰ ਦੇ ਉੱਤੇ ਜਾਂਚ ਕਰਨ ਵਾਲੀ ਟੀਮ ਹੁਣ ਮਾਮਲੇ ਦੀ ਜਾਂਚ ਕਰ ਰਹੀ ਹੈ, ਕਿਉਂਕਿ ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀ ਸ਼ਾਮਲ ਹੈ ਜਿਸ ਦੀ ਕਿ ਜਾਨ ਜਾ ਸਕਦੀ ਸੀ ਤੇ ਇਹ ਕਾਫੀ ਗੰਭੀਰ ਮਾਮਲਾ ਸੀ, ਜਿਸ ਕਰਕੇ ਪੁਲਿਸ ਵਾਲਿਆਂ ਦੇ ਉੱਤੇ ਜਾਂਚ ਕਰਨ ਲਈ ਆਜ਼ਾਦ ਤੌਰ ਦੇ ਉੱਤੇ ਜੋ ਟੀਮ ਹੁੰਦੀ ਹੈ ਉਸ ਟੀਮ ਦੇ ਵੱਲੋਂ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲਿਆ ਗਿਆ ਹੈ। ਇਸ ਦੇ ਬਾਰੇ ਕੋਈ ਹੋਰ ਵਿਸਥਾਰ ਵਿੱਚ ਜਾਣਕਾਰੀ ਹਜੇ ਸਾਂਝੀ ਨਹੀਂ ਕੀਤੀ ਗਈ ਹੈ, ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਵੀ ਅਪਡੇਟ ਸਾਹਮਣੇ ਆਵੇਗੀ ਉਹ ਦੱਸਣਗੇ। ਕੈਨੇਡਾ ਵਿੱਚ ਵੱਖੋ ਵੱਖਰੇ ਪੱਧਰ ਦੇ ਉੱਤੇ ਜੋ ਅੰਕੜੇ ਸਾਂਝੇ ਕੀਤੇ ਜਾਂਦੇ ਨੇ ਇਮੀਗ੍ਰੇਸ਼ਨ ਨਾਲ ਸੰਬੰਧਿਤ, ਤੇ ਇਸ ਦੇ ਬਾਰੇ ਇੱਕ ਹੋਰ ਨਵੀਂ ਰਿਪੋਰਟ ਸਾਹਮਣੇ ਆਈ ਹੈ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਾਲ 2021 ਵਿੱਚ ਕਰੀਬ 4.5 ਲੱਖ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਦੇ ਵਿੱਚ ਬੁਲਾਇਆ ਗਿਆ ਹੈ, ਯਾਨੀ ਕਿ ਇੰਟਰਨੈਸ਼ਨਲ ਸਟੂਡੈਂਟਸ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਗਿਆ, ਜੋ 4.5 ਲੱਖ ਦੇ ਕਰੀਬ ਦੀ ਗਿਣਤੀ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਦੱਸਿਆ ਗਿਆ ਹੈ। ਇੱਕ ਪਾਸੇ ਕੈਨੇਡਾ ਵਿੱਚ ਮਹਾਮਾਰੀ ਦੇ ਕਰਕੇ ਕਾਫੀ ਨੁਕਸਾਨ ਹੋਇਆ ਸੀ, ਤਾਂ ਦੂਜੇ ਪਾਸੇ ਮਹਾਮਾਰੀ ਤੋਂ ਉਭਰਨ ਦੇ ਵਾਸਤੇ ਜੋ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਾਸਤੇ ਇਮੀਗ੍ਰੇਸ਼ਨ ਨੂੰ ਤੇਜ਼ ਕੀਤਾ ਗਿਆ, ਤਾਂ ਖਾਸ ਤੌਰ ਦੇ ਉੱਤੇ ਜੋ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੇ ਵਾਸਤੇ ਇਮੀਗ੍ਰੇਸ਼ਨ ਦੇ ਕੰਮ ਨੂੰ ਤੇਜ਼ ਕੀਤਾ ਗਿਆ, ਤਾਂ ਇੰਟਰਨੈਸ਼ਨਲ ਸਟੂਡੈਂਟਸ ਦਾ ਵੱਡੀ ਗਿਣਤੀ ਵਿੱਚ ਕੈਨੇਡਾ ਨੇ ਸਵਾਗਤ ਕੀਤਾ ਹੈ। ਇਸੇ ਨੂੰ ਇੱਕ ਵੱਡਾ ਕਾਰਨ ਵੀ ਮੰਨਿਆ ਜਾ ਰਿਹਾ ਹੈ ਕਿ ਜੋ ਇਮੀਗ੍ਰੇਸ਼ਨ ਦੇ ਸਹਾਰੇ ਕੈਨੇਡਾ ਵਿੱਚ ਆਰਥਿਕਤਾ ਨੂੰ ਮੁੜ ਤੋਂ ਉਭਾਰਨ ਦੇ ਵਾਸਤੇ ਤੇਜ਼ੀ ਦੇ ਨਾਲ ਕੋਵਿਡ-19 ਦੀ ਮਹਾਮਾਰੀ ਤੋਂ ਬਾਅਦ ਸਹਾਰਾ ਮਿਲਿਆ ਹੈ, ਜੋ ਕਿ ਇੱਕ ਮੁੱਖ ਕਾਰਨ ਵੀ ਹੈ, ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਵੀ ਕਈ ਵਾਰ ਕਰ ਚੁੱਕੇ ਨੇ। ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚਿਨੋ ਦੇ ਵੱਲੋਂ ਵੀ ਕੁਝ ਅਜਿਹੇ ਹੀ ਬਿਆਨ ਦਿੱਤੇ ਜਾਂਦੇ ਸਨ। ਉਹਨਾਂ ਤੋਂ ਪਹਿਲਾਂ ਸਾਬਕਾ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਵੀ ਇਹੋ ਬਿਆਨ ਦਿੰਦੇ ਸਨ, ਤੇ ਹੁਣ ਮੌਜੂਦਾ ਇਮੀਗ੍ਰੇਸ਼ਨ ਮੰਤਰੀ ਸ਼ੌਨ ਫਰੇਜ਼ਰ ਦੇ ਵੱਲੋਂ ਵੀ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਾਸਤੇ ਇਮੀਗ੍ਰੇਸ਼ਨ ਦਾ ਇੱਕ ਵੱਡਾ ਯੋਗਦਾਨ ਹੈ, ਤੇ ਇਸੇ ਨੂੰ ਲੈ ਕੇ ਪ੍ਰਕਿਰਿਆ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਤੇ ਇੰਟਰਨੈਸ਼ਨਲ ਵਿਦਿਆਰਥੀ ਜਦੋਂ ਕੈਨੇਡਾ ਵਿੱਚ ਆਉਂਦੇ ਨੇ ਤਾਂ ਉਹ ਕਈ ਹਜ਼ਾਰ ਡਾਲਰ ਇੱਕ ਵਿਦਿਆਰਥੀ ਲੈ ਕੇ ਆਉਂਦਾ ਹੈ, ਜੋ ਕਿ ਕੈਨੇਡਾ ਦੀ ਆਰਥਿਕਤਾ ਨੂੰ ਮਜ਼ਬੂਤ ਕਰਨ ਦੇ ਵਾਸਤੇ ਵੱਡਾ ਯੋਗਦਾਨ ਇੰਟਰਨੈਸ਼ਨਲ ਸਟੂਡੈਂਟਸ ਦੇ ਵੱਲੋਂ ਪਾਇਆ ਜਾਂਦਾ ਹੈ। ਕਈ ਬਿਲੀਅਨ ਡਾਲਰ ਤੱਕ ਦਾ ਫਾਇਦਾ ਇੰਟਰਨੈਸ਼ਨਲ ਸਟੂਡੈਂਟਸ ਦਾ ਸਵਾਗਤ ਕਰਕੇ ਕੈਨੇਡਾ ਨੂੰ ਹੁੰਦਾ ਹੈ। ਇਹੋ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ ਕਿ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਅੰਕੜੇ ਸਾਲ 2021 ਵਿੱਚ ਸਾਹਮਣੇ ਆਏ ਨੇ ਕਿ 4.5 ਲੱਖ ਇੰਟਰਨੈਸ਼ਨਲ ਸਟੂਡੈਂਟਸ ਦਾ ਕੈਨੇਡਾ ਨੇ ਸਵਾਗਤ ਕੀਤਾ ਹੈ। ਇਸੇ ਨਾਲ ਹੀ ਜਿਵੇਂ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇੱਕ ਪ੍ਰੋਗਰਾਮ ਲਿਆਂਦਾ ਗਿਆ ਸੀ, ਜਿਸ ਦੇ ਰਾਹੀਂ ਕਾਮਿਆਂ ਨੂੰ ਕਿਹਾ ਗਿਆ ਕਿ ਜੇਕਰ ਉਹ ਕੰਮ ਦੇ ਉੱਤੇ ਪਰੇਸ਼ਾਨ ਹੁੰਦੇ ਨੇ ਕਿ ਉਹਨਾਂ ਦੇ ਨਾਲ ਕੋਈ ਧੱਕਾ ਕੀਤਾ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ, ਤਾਂ ਇਸ ਦੇ ਬਾਰੇ ਉਹ ਸ਼ਿਕਾਇਤ ਕਰ ਸਕਦੇ ਨੇ। ਜੇਕਰ ਕੋਈ ਆਪਣੀ ਪਛਾਣ ਦੱਸੇ ਬਿਨਾਂ ਵੀ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਉਹਨਾਂ ਦੇ ਵਾਸਤੇ ਵੀ ਚੋਣ ਹੈ। ਵਰਕ ਸੇਫ BC ਦੇ ਨਾਲ ਸੰਪਰਕ ਕੀਤਾ ਜਾ ਸਕਦਾ, ਸ਼ਿਕਾਇਤ ਕੀਤੀ ਜਾ ਸਕਦੀ ਹੈ। ਜਦੋਂ ਤੋਂ ਇਸ ਦੇ ਬਾਰੇ ਐਲਾਨ ਕੀਤਾ ਗਿਆ ਤੇ ਇਸ ਸੰਬੰਧੀ ਅੱਗੇ ਤੋਂ ਅੱਗੇ ਜਾਗਰੂਕਤਾ ਫੈਲਾਈ ਜਾ ਰਹੀ ਹੈ, ਤਾਂ ਉਸ ਦੇ ਬਾਰੇ ਵਰਕ ਸੇਫ BC ਦੇ ਵੱਲੋਂ ਕੁਝ ਅੰਕੜੇ ਸਾਂਝੇ ਕੀਤੇ ਗਏ ਨੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਉਹਨਾਂ ਨੂੰ 931 ਸ਼ਿਕਾਇਤਾਂ ਮਿਲੀਆਂ ਨੇ ਤੇ 3400 ਦੇ ਨੇੜੇ ਇਨਕੁਆਇਰੀਜ਼ ਆਈਆਂ ਨੇ। ਤੇ ਇਸ ਦੌਰਾਨ ਵਰਕ ਸੇਫ BC ਦੇ ਵੱਲੋਂ ਵੱਖੋ ਵੱਖਰੇ ਪ੍ਰੋਗਰਾਮ ਵੀ ਚਲਾਏ ਜਾ ਰਹੇ ਨੇ, ਜਿਸ ਤਹਿਤ ਜਾਗਰੂਕਤਾ ਫੈਲਾਈ ਜਾ ਰਹੀ ਹੈ ਕਿ ਕੰਮ ਵਾਲੀਆਂ ਥਾਵਾਂ ਦੇ ਉੱਤੇ ਕਿਸੇ ਦੇ ਨਾਲ ਧੱਕਾ ਨਾ ਹੋਵੇ, ਖਾਸ ਤੌਰ ਦੇ ਉੱਤੇ ਜਿਹੜੇ ਪ੍ਰਵਾਸੀ ਕੰਮੇ ਆਉਂਦੇ ਨੇ ਜਾਂ ਫਿਰ ਜਿਹੜੇ ਪ੍ਰਵਾਸੀ PR ਹੋ ਕੇ ਨਵੇਂ ਕੈਨੇਡਾ ਵਿੱਚ ਆਉਂਦੇ ਨੇ, ਇੱਥੋਂ ਦੇ ਸਿਸਟਮ ਦੇ ਬਾਰੇ ਉਹਨਾਂ ਨੂੰ ਜ਼ਿਆਦਾ ਪਤਾ ਨਹੀਂ ਹੁੰਦਾ, ਤਾਂ ਇਸ ਮੌਕੇ ਕਈ ਵਾਰ ਉਹ ਧੱਕੇ ਦੇ ਸ਼ਿਕਾਰ ਹੋ ਜਾਂਦੇ ਨੇ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ, ਜਾਂ ਫਿਰ ਬਣਦੀ ਤਨਖਾਹ ਨਹੀਂ ਦਿੱਤੀ ਜਾਂਦੀ, ਜਾਂ ਫਿਰ ਜਿਵੇਂ ਕਿ ਸਟੈਟ ਪੇ
ਜਿਹੜੀ ਵਕੇਸ਼ਨ ਪੇ ਤੇ ਹੋਰ ਸਹੂਲਤਾਂ ਨੇ ਉਹ ਨਹੀਂ ਦਿੱਤੀਆਂ ਜਾਂਦੀਆਂ ਤੇ ਇਸੇ ਕਰਕੇ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਫੈਲਾਈ ਜਾ ਰਹੀ ਹੈ ਤੇ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ। ਜੇਕਰ ਤੁਸੀਂ ਵੀ ਆਪਣੇ ਆਲੇ ਦੁਆਲੇ ਕਿਸੇ ਦੋਸਤ ਮਿੱਤਰ ਨੂੰ ਜਾਂ ਪਰਿਵਾਰਕ ਮੈਂਬਰ ਨੂੰ ਜਾਣਦੇ ਹੋ ਜੋ ਕਿ ਕਿਸੇ ਕੋਲ ਵੀ ਕੰਮ ਕਰ ਰਿਹਾ ਹੋਵੇ ਤੇ ਉਹ ਸਟੇਟਸ ਕੋਈ ਵੀ ਹੋਵੇ, ਵਰਕ ਪਰਮਿਟ ਦੇ ਉੱਤੇ ਹੈ ਜਾਂ ਫਿਰ ਕੋਈ ਸਟੂਡੈਂਟ ਪਰਮਿਟ ਦੇ ਉੱਤੇ ਹੈ, 20 ਘੰਟੇ ਕੰਮ ਕਰਦਾ ਹੈ ਜਾਂ ਫਿਰ ਕੋਈ PR ਹੈ, ਉਸੇ ਨਾਲ ਕੰਮ ਦੇ ਉੱਤੇ ਧੱਕਾ ਨਾ ਹੋਵੇ, ਇਸ ਦੇ ਬਾਰੇ ਜਾਗਰੂਕਤਾ ਫੈਲਾਉਣੀ ਤੇ ਨਾਲ ਹੀ ਆਪਣੇ ਹੱਕਾਂ ਨੂੰ ਲੈ ਕੇ ਜਾਗਰੂਕ ਰਹਿਣਾ ਬੇहद ਜ਼ਰੂਰੀ ਹੈ ਤੇ ਇਸ ਸੰਬੰਧੀ ਸਰਵਿਸਿਜ਼ ਵੀ ਦਿੱਤੀਆਂ ਜਾਂਦੀਆਂ ਨੇ। ਸਿਰਫ ਇੰਨਾ ਹੀ ਨਹੀਂ ਕਿ ਉਸ ਸਮੇਂ ਕਾਰਵਾਈ ਕੀਤੀ ਜਾਂਦੀ ਹੈ EMPLOYER ਦੇ ਉੱਤੇ ਜਾਂ ਫਿਰ ਉਸ ਕੰਮ ਵਾਲੀ ਥਾਂ ਦੇ ਉੱਤੇ ਜਿਹੜਾ ਵੀ ਜ਼ਿੰਮੇਵਾਰ ਹੁੰਦਾ ਹੈ। ਜੇਕਰ ਕਿਸੇ ਦੇ ਨਾਲ ਕੋਈ ਧੱਕਾ ਕੀਤਾ ਜਾਵੇ ਜਾਂ ਫਿਰ ਬੁਲੀ ਕੀਤਾ ਜਾਵੇ ਜਾਂ ਹਰਾਸ ਕੀਤਾ ਜਾਵੇ ਕਿਸੇ ਕਾਮੇ ਨੂੰ, ਸਗੋਂ ਇਸ ਦੇ ਨਾਲ ਹੀ ਉਹਨਾਂ ਨੂੰ ਬਣਦੀ ਰਕਮ ਵੀ ਦਿਵਾਈ ਜਾਂਦੀ ਹੈ ਜੋ ਉਹਨਾਂ ਦਾ ਬਣਦਾ ਹੱਕ ਹੁੰਦਾ ਹੈ ਤੇ ਇਸੇ ਦੇ ਬਾਰੇ ਬਾਰ-ਬਾਰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਕਾਮਿਆਂ ਦੇ ਨਾਲ ਕਿ ਆਪਣੇ ਹੱਕਾਂ ਨੂੰ ਪਛਾਣਦੇ ਹੋਏ ਆਵਾਜ਼ ਜ਼ਰੂਰ ਚੁੱਕੀ ਜਾਵੇ। ਇਸ ਦੇ ਨਾਲ ਹੀ ਹੁਣ ਅਗਲੀ ਖਬਰ ਦੇ ਵੱਲ ਰੁਕ ਕਰਾਂਗੇ। ਓਟਵਾ ਦੇ ਵਿੱਚ ਜੋ ਪ੍ਰਦਰਸ਼ਨ ਕੀਤੇ ਗਏ, ਕੈਨੇਡਾ ਦੀ ਰਾਜਧਾਨੀ ਵਿੱਚ ਕਰੀਬ 3 ਹਫ਼ਤੇ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਚੱਲਿਆ। ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਦੀ ਮੰਗ ਕੀਤੀ ਗਈ। ਇਸ ਮੌਕੇ ਪੁਲਿਸ ਵਾਲਿਆਂ ਨੇ ਜੋ ਕਾਰਵਾਈ ਕੀਤੀ, ਪ੍ਰਦਰਸ਼ਨਕਾਰੀਆਂ ਨੂੰ ਉੱਥੇ ਤੋਂ ਹਟਾਇਆ ਤੇ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਰਨ ਵਾਲੇ ਸਨ ਜੋ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ, ਜਿਨ੍ਹਾਂ ਦੇ ਵਿੱਚੋਂ 2 ਨੂੰ ਤਾਂ ਜ਼ਮਾਨਤ ਵੀ ਦੇ ਦਿੱਤੀ ਗਈ, ਪਰ ਹੁਣ ਤੱਕ ਉਹਨਾਂ ਦੇ ਉੱਤੇ ਲਗਾਤਾਰ ਮਾਮਲੇ ਦਰਜ ਕੀਤੇ ਜਾ ਰਹੇ ਨੇ। ਕੈਨੇਡਾ ਵਿੱਚ ਜੋ ਫਰੀडम ਕਨਵੋਏ ਕੀਤਾ ਗਿਆ ਸੀ, ਯਾਨੀ ਕਿ ਰੈਲੀ ਕੱਢੀ ਗਈ ਸੀ ਤੇ ਇਸ ਦੇ ਨਾਲ ਹੀ ਡਾਊਨਟਾਊਨ ਓਟਵਾ ਦੇ ਵਿੱਚ ਪ੍ਰਦਰਸ਼ਨ ਕੀਤੇ ਗਏ ਕੋਵਿਡ-19 ਦੀਆਂ ਹਦਾਇਤਾਂ ਨੂੰ ਹਟਾਉਣ ਵਾਸਤੇ, ਉਹਨਾਂ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲਿਆਂ ਦੇ ਉੱਤੇ ਹੁਣ ਤੱਕ ਮਾਮਲੇ ਦਰਜ ਕੀਤੇ ਜਾ ਰਹੇ ਨੇ, ਜਿਸ ਦੇ ਉੱਤੇ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਟਮਾਰਾ ਲਿਚ ਤੇ ਕ੍ਰਿਸ ਬਾਰਬਰ ਦੇ ਉੱਤੇ ਹੁਣ ਨਵੇਂ ਮਾਮਲੇ ਦਰਜ ਕੀਤੇ ਗਏ ਨੇ। ਇਸ ਤੋਂ ਪਹਿਲਾਂ 17 ਫਰਵਰੀ ਨੂੰ ਇਹਨਾਂ ਦੀ ਗ੍ਰਿਫਤਾਰੀ ਹੋਈ ਸੀ ਜਦੋਂ ਪ੍ਰਦਰਸ਼ਨਕਾਰੀਆਂ ਨੂੰ ਡਾਊਨਟਾਊਨ ਓਟਵਾ ਦੇ ਵਿੱਚੋਂ ਹਟਾਉਣਾ ਪੁਲਿਸ ਨੇ ਸ਼ੁਰੂ ਕੀਤਾ ਸੀ, ਤਾਂ ਉਸ ਮੌਕੇ ਇਹਨਾਂ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਹੀ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਸੀ। ਕ੍ਰਿਸ ਬਾਰਬਰ ਨੂੰ ਅਗਲੇ ਦਿਨ ਹੀ ਜ਼ਮਾਨਤ ਦੇ ਦਿੱਤੀ ਗਈ ਸੀ, ਪਰ ਟਮਾਰਾ ਲਿਚ ਨੂੰ ਕਈ ਦਿਨ ਜੇਲ੍ਹ ਦੇ ਵਿੱਚ ਰੱਖਿਆ ਗਿਆ ਤੇ ਕਈ ਸ਼ਰਤਾਂ ਦੇ ਉੱਤੇ 7 ਮਾਰਚ ਨੂੰ ਜ਼ਮਾਨਤ ਦਿੱਤੀ ਗਈ ਸੀ। ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ, ਪੁਲਿਸ ਨਾਲ ਗਲਤ ਵਤੀਰਾ ਕਰਨ ਤੇ ਇਸ ਦੇ ਨਾਲ ਹੀ ਲੋਕਾਂ ਨੂੰ ਭੜਕਾਉਣ, ਇਸ ਸੰਬੰਧੀ ਵੀ ਕਈ ਅਜਿਹੇ ਮਾਮਲੇ ਨੇ ਜੋ ਗੰਭੀਰ ਮਾਮਲੇ ਨੇ ਉਹ ਦਰਜ ਕੀਤੇ ਗਏ ਨੇ। ਇਸ ਦੇ ਨਾਲ ਹੀ ਪੈਟ ਕਿੰਗ, ਜਿਨ੍ਹਾਂ ਦੇ ਵੱਲੋਂ ਵੀ ਅਗਵਾਈ ਕੀਤੀ ਜਾ ਰਹੀ ਸੀ ਇਸ ਪ੍ਰਦਰਸ਼ਨ ਦੀ, ਉਹਨਾਂ ਦੇ ਉੱਤੇ ਵੀ ਹੁਣ ਨਵੇਂ ਮਾਮਲੇ ਦਰਜ ਕੀਤੇ ਗਏ ਨੇ, ਜਿਸ ਦੇ ਬਾਰੇ ਵੀਰਵਾਰ ਦੀ ਦੁਪਹਿਰ ਨੂੰ ਦੱਸਿਆ ਗਿਆ। ਪੈਟ ਕਿੰਗ ਨੂੰ ਹਜੇ ਤੱਕ ਜ਼ਮਾਨਤ ਨਹੀਂ ਦਿੱਤੀ ਗਈ, ਜੋ ਕਿ ਓਟਵਾ ਦੇ ਵਿੱਚ ਕਾਰਲਟਨ ਡਿਟੈਂਸ਼ਨ ਸੈਂਟਰ ਹੈ ਜੋ ਉੱਥੇ ਮੌਜੂਦ ਨੇ, ਤੇ ਉਹਨਾਂ ਦੇ ਉੱਤੇ 10 ਹੋਰ ਮਾਮਲੇ ਵੀ ਦਰਜ ਕੀਤੇ ਗਏ ਨੇ। 3 ਹਫ਼ਤੇ ਦਾ ਸਮਾਂ ਸੀ ਕਰੀਬ ਜਦੋਂ ਡਾਊਨਟਾਊਨ ਓਟਵਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤੇ ਗਏ, ਜਿਸ ਦੇ ਵਿੱਚ ਸਿਟੀ ਆਫ ਓਟਵਾ ਦਾ ਦਾਅਵਾ ਹੈ ਕਿ ਉਹਨਾਂ ਦਾ 36.6 ਮਿਲੀਅਨ ਡਾਲਰ ਤੱਕ ਦਾ ਨੁਕਸਾਨ ਹੋਇਆ ਹੈ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਖਰਚਾ ਪੁਲਿਸ ਅਧਿਕਾਰੀਆਂ ਦੇ ਵੱਲੋਂ ਜੋ ਕਾਰਵਾਈ ਕੀਤੀ ਗਈ ਉਸ ਕਰਕੇ ਹੋਇਆ ਹੈ। ਇਸ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।